ਮਿੰਟੂ ਜੀ, ਖਬਰਾਂ ਦਾ ਸਿਲਸਿਲਾ ਸ਼ੁਰੂ ਕਰੀਏ। ਜੇ ਸਰਾਵਾਂ ਤੇ GST ਲਗਾਉਣ ਦਾ ਮੁੱਦਾ ਜਿਹੜਾ ਬਣਿਆ ਹੋਇਆ, ਸੱਤ ਤੋਂ ਸਦਨ ਤੱਕ ਇਸ ਇਸ਼ੂ ਤੇ ਗੂੰਜ ਪੈ ਰਹੀ ਆ। GST ਨੂੰ ਲੈ ਕੇ ਰੌਲਾ ਪਹਿਲਾਂ ਵੀ ਪਿਆ ਸੀ, ਪਰ ਹੁਣ ਕੀ ਜਿਹੜੀਆਂ ਸਰਾਵਾਂ ਨੇ ਉਹਨਾਂ ਤੇ GST ਲਗਾਉਣ ਵਾਲੀ ਗੱਲ ਪਹਿਲੀ ਵਾਰ ਉੱਠੀ ਹੈ ਜੀ ਇਹ? ਹਾਂਜੀ ਬਿਲਕੁਲ। 2018 ਦੇ ਵਿੱਚ ਉਹ ਰੌਲਾ ਪਿਆ ਸੀਗਾ ਜਦੋਂ ਗੁਰੂ ਕੇ ਲੰਗਰਾਂ ਤੇ GST ਲਾਗੂ ਹੋ ਗਿਆ ਸੀਗਾ, ਤਾਂ ਫਿਰ ਇਹਨਾਂ ਨੇ ਇੱਕ ਸਪੈਸ਼ਲ ਸਕੀਮ ਲਿਆਂਦੀ ਸੀਗੀ, ਮੇਰੇ ਖਿਆਲ ਦੇ ਨਾਲ ਉਹਦਾ ਨਾਮ ਸੀਗਾ ਸੇਵਾ ਬੋਝ ਯੋਜਨਾ। ਤਾਂ ਉਹਨੂੰ ਲਿਆ ਕੇ ਫਿਰ ਉਹਦੇ ਵਿੱਚ ਇਹਨਾਂ ਨੇ ਇਹ ਛੋਟ ਦੇ ਦਿੱਤੀ ਸੀਗੀ। ਤਾਂ ਬਹਰਹਾਲ ਦੇਖੋ, ਮੈਂ ਸਵੇਰੇ ਟੈਲੀਵਿਜ਼ਨ ਡਿਬੇਟ ਤੇ ਇੱਕ ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦੇ ਗਰੇਵਾਲ, ਜਿਹੜੇ ਕਿ ਕਿਸਾਨੀ ਅੰਦੋਲਨ ਦੇ ਵਿੱਚ ਬੜੇ ਮਸ਼ਹੂਰ ਸੀਗੇ, ਤਾਂ ਉਹਨਾਂ ਦੀ ਸੁਣ ਰਿਹਾ ਸੀਗਾ, ਬਾਈਟ ਦੇ ਰਹੇ ਸੀਗੇ ਉਹ। ਤਾਂ ਉਹਦੇ ਵਿੱਚ ਉਹ ਕਹਿ ਰਹੇ ਸੀਗੇ ਕਿ ਦੇਖੋ, ਇਹ ਗਲਤੀ ਨਾਲ ਹੋ ਗਿਆ ਹੋਏਗਾ, ਕੋਈ ਐਸੀ ਮਨਸ਼ਾ ਨਹੀਂ ਰਹੀ, ਸਰਕਾਰ ਇਹਨੂੰ ਵਾਪਸ ਲੈ ਲਏਗੀ। ਪਰ ਦੇਰ ਸ਼ਾਮ ਤੱਕ ਕੋਈ ਐਸੀ ਵਾਪਸੀ ਹੋਈ ਨਹੀਂ ਹੈ, ਬਲਕਿ ਸਦਨ ਦੇ ਵਿੱਚ ਵੀ ਇਹ ਮੁੱਦਾ ਜਿਹੜਾ ਰਾਘਵ ਚੱਡਾ ਔਰ ਬੀਬਾ ਬਾਦਲ ਹੋਰਾਂ ਨੇ ਚੁੱਕਿਆ ਉੱਥੇ, ਤਾਂ ਸੱਥ ਤੱਕ ਤੇ ਫਿਰ ਗੂੰਜ ਹੁੰਦੀ ਹੈ ਇਹੋ ਜਿਹੇ ਮੁੱਦੇ ਦੀ, ਸਦਨ ਤੱਕ ਵੀ। ਕਿਉਂਕਿ ਵੈਸੇ ਵੀ ਤੁਸੀਂ ਇਹ ਦੇਖੋਗੇ ਤਾਂ ਕੇਂਦਰ ਸਰਕਾਰ ਦਾ ਨਾਲ ਜਿਹੜਾ ਜੁੜਿਆ ਹੁੰਦਾ ਕੋਈ ਫੈਸਲਾ, ਜੇ ਉਹ ਪੰਜਾਬ ਦੇ ਵਿੱਚ ਇਸ ਤਰ੍ਹਾਂ ਕਿਸੇ ਥਾਂ ਤੇ ਵੀ ਜਾ ਕੇ ਕੋਈ ਅਸਰ ਪਾਉਂਦਾ ਹੋਵੇ ਤੇ ਉਹ ਚਰਚਾ ਜ਼ਿਆਦਾ ਖੱਟਦਾ ਹੈ, ਕਿਆ ਹੋ ਗਿਆ। ਤਾਂ ਖੈਰ ਦੇਖੋ, ਗੱਲ ਕੀ ਹੈ ਕਿ SGPC ਦੇ ਕੋਲ ਆਪਣਾ ਬਜਟ ਤੇ ਹੈਗਾ, ਇਹਦੇ 'ਚ ਕੋਈ ਚੱਕਰ ਨਹੀਂ ਹੈਗਾ। 988 ਕਰੋੜ ਦਾ 22-23 ਵਾਸਤੇ ਇਹਨਾਂ ਦਾ ਬਜਟ, ਤਾਂ ਕੋਈ ਗੱਲ ਨਹੀਂ। ਜੇ ਕੋਈ ਲੱਗ ਵੀ ਜਾਏਗਾ, ਸੰਗਤ ਵੀ ਜੇ ਕੋਈ ਆਉਂਦੀ ਹੈ, ਤਾਂ ਕੋਈ ਐਸਾ ਮਾਮਲਾ ਨਹੀਂ ਹੈਗਾ ਕਿ ਕੋਈ 5, 10, 20, 50 ਰੁਪਈਏ ਨਹੀਂ ਕੋਈ ਦੇ ਸਕਦਾ। ਪਰ ਰੌਲਾ ਇਹ ਆ ਕਿ ਤੁਹਾਡੇ ਪੈਰਾਮੀਟਰਸ, ਤੁਹਾਡੇ ਜਿਹੜੇ ਇਹ ਮਾਪਦੰਡ ਨੇ ਉਹ ਕਿਸ ਤਰ੍ਹਾਂ ਦੇ ਆ ਕਿ BCCI ਨੂੰ ਤੁਸੀਂ ਮੋਟੀ ਛੂਟ ਦਿੰਦੇ ਹੋ ਸਿਰਫ ਇਹ ਕਰਕੇ ਕਿ ਇਹ ਕ੍ਰਿਕਟ ਨੂੰ ਪ੍ਰਮੋਟ ਕਰਦੇ ਆ, ਪਰ ਜਿਹੜੇ ਇਨਸਾਨੀਅਤ ਨੂੰ ਪ੍ਰਮੋਟ ਕਰਦੇ, ਧਰਮ ਕੋਈ ਵੀ ਹੋਵੇ ਵਿਜੇ ਜੀ, ਧਰਮ ਦਾ ਕੋਈ ਮਾਮਲਾ ਨਹੀਂ, ਚਾਹੇ ਧਰਮ ਸਨਾਤਨ ਹੋਵੇ, ਚਾਹੇ ਸਿੱਖਿਜ਼ਮ ਹੋਵੇ, ਬੁੱਧਿਜ਼ਮ ਹੋਵੇ, ਕੋਈ ਵੀ ਹੋਵੇ। ਤਾਂ ਜਿੱਥੇ 80 ਕਰੋੜ 90 ਕਰੋੜ ਲੋਕ ਵਿਚਾਰੇ ਰੋਟੀ ਤੋਂ ਆ ਰਹੀ ਆ, ਤੇ ਉਹਨਾਂ ਵਾਸਤੇ ਜੇ ਕਿਤੇ ਕੋਈ ਲੰਗਰ ਚੱਲਦਾ ਤੇ ਜੇ ਸਰਕਾਰ ਉਹਦੇ ਵਿੱਚ ਕੋਈ ਛੋਟ ਦੇ ਦੇਵੇ ਤੇ ਲੋੜੇ ਵਾਲੀ ਗੱਲ ਨਹੀਂ ਹੈ। ਸੋ ਇਸ ਕਰਕੇ ਹੁਣ ਇਸ ਮਾਮਲੇ ਨੂੰ ਕਹਿ ਲਓ ਕਿ ਵੈਸੇ ਰਾਜਨੀਤੀ ਦਾ ਇੱਕ ਖਾਸਾ ਹੁੰਦਾ ਕਿ ਉਹ ਸਮੱਸਿਆ ਨੂੰ ਪਹਿਲਾਂ ਉਭਾਰਦੀ ਹੈ, ਫਿਰ ਸਮੱਸਿਆ ਦੇ ਨਿਵਾਰਨ ਦੇ ਨਾਂ ਤੇ ਆਪਣੀ ਭਲ ਬਣਾਉਂਦੀ ਹੈ। ਸੋ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਫਿਰ ਇੱਕ ਵਾਰੀ, ਜਿਵੇਂ GST ਵਾਲਾ ਮਾਮਲਾ ਤੁਸੀਂ ਛੋਇਆ ਕਿ ਉਹ ਲੰਗਰ ਤੇ ਜਿਹੜਾ ਲੱਗਿਆ ਸੀਗਾ ਉਹਨੂੰ ਵਾਪਸ ਲਿਆ ਗਿਆ, ਤਾਂ ਜਦੋਂ ਵਾਪਸ ਲਿਆ ਜਾਂਦਾ ਫਿਰ ਉਹਨੂੰ ਬਹੁਤ ਵੱਡਾ ਬਣਾਇਆ ਜਾਂਦਾ। ਵੈਸੇ ਵੀ ਨਰਿੰਦਰ ਮੋਦੀ ਆਰਟਿਸਟ ਨੇ ਇਸ ਮਾਮਲੇ 'ਚ, ਕਿ ਛੋਟਾ ਜਿਹਾ ਮਾਮਲਾ ਵੀ ਹੋਵੇ ਨਾ, ਉਹਦੀ ਈਵੈਂਟ ਮੈਨੇਜਮੈਂਟ ਇਸ ਤਰ੍ਹਾਂ ਕਰਦੇ ਨੇ ਕਿ ਜਿੱਦਾਂ GST ਲਾਗੂ ਹੋਇਆ ਸੀ, ਬਹੁਤ ਮੁਲਕਾਂ 'ਚ ਲਾਗੂ ਹੋਏਗਾ। ਤੇ ਕਦੇ ਸੁਣਿਆ ਤੁਸੀਂ ਕਿ ਰਾਤ ਨੂੰ ਕਹਿੰਦੇ ਕਿ ਸਦਨ ਦਾ ਟੱਲ ਵਜਾ ਦਿਓ, ਸਾਰੇ ਇਕੱਠੇ ਹੋਵੋ, GST ਲਾਗੂ ਕਰਨੀ ਹੈ। ਤਾਂ ਈਵੈਂਟ ਮੈਨੇਜਮੈਂਟ ਇਸੇ ਨੂੰ ਬੋਲਦੇ ਆ। ਤਾਂ ਖੈਰ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹੋ ਜਾਵੇ, ਪਰ ਇਹਦੀ ਚਰਚਾ ਜਿਹੜੀ ਆ ਬਹੁਤ ਜ਼ਿਆਦਾ ਇਸ ਟਾਈਮ ਹੋ ਰਹੀ ਆ। ਤਾਂ ਖੈਰ ਜੇ ਉਹ ਕਰ ਲੈਂਦੇ ਤਾਂ ਠੀਕ ਆ। ਬਾਕੀ ਉਹ ਸ਼ੈਕਸਪੀਅਰ ਨੇ ਗੱਲ ਕਹੀ ਸੀ ਕਿ ਉਹਨੇ ਕਿਹਾ ਕਿ ਜਿਵੇਂ ਇੱਕ ਛੋਟੇ ਜਿਹੇ ਦੀਪ ਦੇ ਨਾਲ, ਛੋਟੇ ਜਿਹੇ ਦੀਵੇ ਦੇ ਨਾਲ ਪ੍ਰਕਾਸ਼ ਬਹੁਤ ਦੂਰ ਤੱਕ ਫੈਲਦਾ ਹੈ, ਤਾਂ ਉਸੇ ਤਰ੍ਹਾਂ ਬੁਰੀ ਦੁਨੀਆ ਦੇ ਵਿੱਚ ਜਿਹੜੀ ਭਲਾਈ ਆ ਬਹੁਤ ਦੂਰ ਤੱਕ ਚਮਕਦੀ ਹੈ। ਸੋ ਭਲਾਈ ਜਿਹੜੀ ਹੈ, ਭਲਾਈ ਦੀ ਸਪਲਾਈ ਜਾਰੀ ਰਹਿਣੀ ਚਾਹੀਦੀ ਹੈ ਜੀ। ਇੱਕ ਇਹ ਦੱਸਿਓ ਮਿੰਟੂ ਜੀ, ਹੁਣ ਜਿਹੜੇ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਸਿਹਤ ਮੰਤਰੀ ਨੇ ਜੌੜਾ ਮਾਜਰਾ, ਉਹਨਾਂ ਦੀ ਕਾਰਵਾਈ ਨੂੰ ਲੈ ਕੇ ਬੀਤੇ ਦਿਨਾਂ ਦੇ ਵਿੱਚ ਵੀ ਖਬਰਾਂ ਬੜੀਆਂ ਚੱਲੀਆਂ, ਜਿਹੜਾ ਵਾਈਸ ਚਾਂਸਲਰ ਵਾਲਾ ਮੁੱਦਾ ਬਣਿਆ। ਤੇ ਹੁਣ ਜਿਹੜੇ ਖਰੜ ਦੇ ਹਸਪੀਟਲ ਦੇ CMO ਨੇ, ਸੁਣਨ 'ਚ ਆ ਰਿਹਾ ਵੀ ਉਹ ਵੀ ਅਸਤੀਫਾ ਦੇ ਗਏ ਨੇ, ਤੇ ਇਹ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਬੀ ਜੀ ਲੱਗਦੇ ਨੇ। ਹਾਂਜੀ ਤਾਂ ਹੁਣ ਪਤਾ ਨਹੀਂ ਰਾਜਨੀਤੀ ਦਾ ਕਿਹੋ ਜਿਹਾ ਰੰਗ ਹੈ, ਸਾਰਾ ਟੱਬਰ ਹੀ ਮੈਨੂੰ ਲੱਗਦਾ ਇਹਨਾਂ ਨੇ ਵਿਹਲਿਆਂ ਕਰ ਦੇਣਾ। ਚੰਨੀ ਸਾਹਿਬ, ਉਹਨਾਂ ਨੂੰ ਤਾਸ਼ ਖੇਲਣ ਦੀ ਕੋਈ ਮਿਲਦਾ ਨਹੀਂ ਸੀ, ਸ਼ਾਇਦ ਬਾਹਰਲੇ ਮੁਲਕ ਜਾ ਵੜੇ ਕਿ ਸੀਪ ਖੇਡ ਆਈਏ, ਕਿਉਂਕਿ ਇੱਥੇ ਤੇ ਉਹ ਕੰਪੇਨ ਦੇ ਦਿਨਾਂ 'ਚ ਸੀਪ ਦਾ ਪੱਤਾ ਪਾ ਲੈਂਦੇ ਸੀਗੇ। ਤਾਂ ਖੈਰ ਗੱਲ ਇਹ ਆ ਕਿ ਇੱਧਰੋਂ ਜਿਹੜੇ ਸਿਹਤ ਮੰਤਰੀ ਹੈ ਚੇਤਨ ਸਿੰਘ ਜੌੜਾ ਮਾਜਰਾ, ਉਹਨਾਂ ਨੇ ਵੀ ਮੈਨੂੰ ਲੱਗਦਾ ਕਿ ਧਾਰਿਆ ਕਿ ਮੈਂ ਇਹਨਾਂ ਦੀ ਸਿਹਤ ਢਿੱਲੀ ਹੋਈ ਰੱਖਣੀ ਆ, ਇਹਨਾਂ ਦਾ BP ਲੋ ਕਰ ਦੇਣਾ ਆ। ਸਰਕਾਰ ਦਾ BP ਲੋ ਆ ਇਸ ਟਾਈਮ, ਹਾਈ ਕਮਾਂਡ ਦਾ ਵੀ ਹੈ। ਕਿਉਂਕਿ ਦੇਖੋ ਜੌੜਾ ਮਾਜਰਾ ਜੀ ਜਿਸ ਤਰ੍ਹਾਂ ਫਿਰਦੇ ਨੇ, ਉਹ ਤੇ ਇਦਾਂ ਲੱਗਦਾ ਸੀਗਾ ਕਿ ਜਿਵੇਂ ਸੂਬੇਦਾਰ ਆ ਗਿਆ ਹੋਵੇ ਆਪਣੇ ਇਲਾਕਾ ਰਿਆਸਤ ਦੇ ਵਿੱਚ, ਆਓ ਬਈ ਇੱਧਰ ਆ ਜਾਓ, ਤਾਂ ਇਸ ਤਰ੍ਹਾਂ ਉਹ ਫਿਰਦੇ ਨੇ। ਕਿਉਂਕਿ ਦੇਖੋ ਠੀਕ ਹੈ, ਇੰਸਪੈਕਸ਼ਨ ਹੋਣੀ ਚਾਹੀਦੀ ਹੈ, ਨੁਮਾਇੰਦੇ ਹੋ ਤੁਸੀਂ ਜਾਂ ਕਿਸੇ ਮੰਤਰਾਲੇ ਨੂੰ ਸਾਂਭਣ ਵਾਲੇ ਵਜ਼ੀਰ ਹੋ ਤੁਸੀਂ, ਪਰ ਉਹ ਆਪਣਾ ਇੱਕ ਜਿਹੜਾ ਤੁਹਾਡਾ ਟਰਮਾ ਹੋਣਾ ਚਾਹੀਦਾ, ਤੁਹਾਡੀ ਲਿਆਕਤ ਹੋਣੀ ਚਾਹੀਦੀ ਨੁਮਾਇੰਦੇ ਵਾਲੀ, ਉਹ ਆਲਵੇਜ਼ ਰਹਿਣੀ ਚਾਹੀਦੀ ਹੈ। ਮਤਲਬ ਕਿ ਸਾਨੂੰ ਸਿੱਖਣਾ ਚਾਹੀਦਾ ਕਿ ਪੱਛਮ ਦੀ ਪੁਲਿਸ ਤੋਂ ਹਮੇਸ਼ਾ ਆਪਾਂ ਕਹਿੰਦੇ ਹਾਂ ਕਿ ਸਾਡੀ ਪੁਲਿਸ ਨੂੰ ਸਿੱਖਣਾ ਚਾਹੀਦਾ ਕਿ ਉਹ ਬਹੁਤ ਤਗੜਾ ਝਟਕਾ ਦਿੰਦੇ ਬੜੇ ਪਿਆਰ ਦੇ ਨਾਲ।
ਬੜੇ ਪਿਆਰ ਦੇ ਨਾਲ ਟਿਕਟ ਦਿੰਦੇ ਨਾ ਇੱਧਰ ਚਲਾਨ ਵਗੈਰਾ ਕੱਟ ਕੇ। ਤਾਂ ਸਾਡੇ ਵਾਲੇ ਕੀ ਕਹਿੰਦੇ, ਉਹ ਜਾਨ ਹੀ ਇੱਕ ਤਾਂ ਚਲਾਨ ਨੇ ਕੱਢੀ ਹੁੰਦੀ ਹੈ, ਇੱਕ ਦਬਕੇ ਨਾਲ ਹੀ ਜਾਨ ਕੱਢ ਦਿੰਦੇ ਆ। ਚਲਾਨ ਤੇ ਜਾਨ ਸਾਰਾ ਕੁਛ ਹੀ ਫਨਾ ਹੋ ਜਾਂਦਾ। ਤਾਂ ਖੈਰ ਇਸੇ ਤਰ੍ਹਾਂ ਚਾਹੀਦਾ ਕਿ ਤੁਸੀਂ ਆਪਣੀ ਲਿਆਕਤ, ਆਪਣਾ ਠਰਮਾ ਉਹਦਾ ਮੁਜ਼ਾਹਰਾ ਜ਼ਰੂਰ ਕਰਦੇ ਰਹੋ ਜੀ। ਕਾਰਵਾਈ ਕਰਨੀ ਹੈ ਜ਼ਰੂਰ ਕਰੋ, ਤੁਹਾਨੂੰ ਕੋਈ ਨਹੀਂ ਰੋਕਦਾ। ਤੇ ਖੈਰ ਗੱਲ ਕੀ ਹੈ ਕਿ ਇਸ ਮਾਮਲੇ ਦੇ ਵਿੱਚ ਮੈਂ ਕਹਿ ਰਿਹਾ ਕਿ ਜੋੜਾ ਮਾਜਰਾ ਜੀ ਨੇ ਕਸੂਤੀ ਇਸ ਕਰਕੇ ਸਰਕਾਰ ਫਸਾਈ ਵੀ ਹੈ ਕਿ ਇੱਕ ਤੇ ਅਸਤੀਫੇ ਹੋ ਰਹੇ ਆ ਧੜਾ ਧੜ, ਆ ਚੌਥਾ ਪੰਜਵਾਂ ਅਸਤੀਫਾ ਹੈ। ਤਕਰੀਬਨ ਅੱਧੀ ਦਰਜਨ ਦੇ ਕਰੀਬ ਸਿਹਤ ਮਹਿਕਮੇ ਦੇ ਜਿਹੜੇ ਅਧਿਕਾਰੀ ਆ ਉਹ ਅਸਤੀਫਾ ਦੇ ਚੁੱਕੇ ਆ। ਪਰ ਇਸ ਤੋਂ ਇਲਾਵਾ ਅਸਲੀ ਸਮੱਸਿਆ ਜਿਹੜੀ ਆ ਉਹ ਇਹ ਆ ਕਿ ਇਹਨਾਂ ਨੇ ਪਰਾਂ ਚੜ੍ਹਨਾ ਪਹਾੜਾਂ ਨੂੰ, ਤੁਹਾਨੂੰ ਪਤਾ ਹੀ ਹੈ। ਉੱਥੇ ਪਹਾੜਾਂ ਦੇ ਵਿੱਚ ਕਿਸੇ ਧਾਰਮਿਕ ਸਥਾਨ ਤੇ ਨਹੀਂ ਜਾਣਾ ਵੋਟਾਂ ਮੰਗਣ। ਤੇ ਜਿਹੜੇ ਵੀਸੀ ਸਾਹਿਬ ਉਹ ਕਿੱਥੋਂ ਦੇ ਆ? ਉਹਦੇ ਹੈਗੇ ਹਿਮਾਚਲ ਦੇ। ਸੋ ਇਸ ਕਰਕੇ ਫਸ ਗਈ ਜਾਨ ਸਕੰਜੇ ਅੰਦਰ ਜਿਉਂ ਵੇਲਣ ਵਿੱਚ ਗੰਨਾ। ਹੁਣ ਜੇ ਸਿਹਤ ਮੰਤਰੀ ਨੂੰ ਨਾਲ ਦੀ ਨਾਲ ਕਹਿੰਦੇ ਕਿ ਮਹਾਰਾਜ ਤੁਸੀਂ ਝੱਟ ਜੋੜਾ ਮਾਜਰਾ ਦੇ ਵਿੱਚ ਹੀ ਰੌਣਕ ਮੇਲਾ ਦੇਖੋ, ਰਹਿਣ ਦਿਓ, ਛੱਡੋ ਖੜਾ ਮੰਤਰਾਲਿਆਂ ਮਤਰੂਲਿਆਂ ਦੀ ਟੈਨਸ਼ਨ ਨਾ ਲਓ, ਤਾਂ ਵੀ ਕੰਮ ਖਰਾਬ ਆ। ਤੇ ਜੇ ਵੀਸੀ ਦੇ ਨਾਲ ਕੁਝ ਇਸ ਤਰ੍ਹਾਂ ਕਰਦੇ ਤਾਂ ਭਾਰਤੀ ਜਨਤਾ ਪਾਰਟੀ ਉਸ ਮੌਕੇ ਨੂੰ ਲੱਭਕੇਗੀ ਜ਼ਰੂਰ। ਸੋ ਇਸ ਕਰਕੇ ਇੱਧਰ ਵੀ ਅੜਫਸ ਹੈਗੀ। ਤਾਂ ਦੂਜੇ ਪਾਸੇ ਜਿਹੜੀ ਇਹਨਾਂ ਨੇ ਉੱਥੇ ਇਨਸਪੈਕਸ਼ਨ ਕੀਤੀ ਸੀ, ਵੈਸੇ ਇਹ ਰੇਡ ਹੀ ਕਹਿੰਦੇ ਪਰ ਮੈਂ ਤੇ ਇਨਸਪੈਕਸ਼ਨ ਹੀ ਕਹੂੰਗਾ। ਤੇ ਉਹ ਜਿਹੜੀ ਰੇਡ ਜਾਂ ਕਹਿ ਲਓ ਕਿ ਇਹਨਾਂ ਦੇ ਮੁਤਾਬਕ ਜਿਹੜੀ ਰੇਡ ਹੈ 3.5 ਭਾਅ ਦੀ ਉਹ ਇਨਸਪੈਕਸ਼ਨ ਆ। ਤਾਂ ਉਹਦੇ ਵਿੱਚ ਵੀ ਕੁਝ ਇਹਨਾਂ ਨੇ ਮਤਲਬ ਕਿ ਉੱਥੇ ਊਣਤਾਈਆਂ ਪਾਈਆਂ। ਤੇ ਉਸ ਤੋਂ ਬਾਅਦ ਉਹ ਬੀਬੀ ਮਨਿੰਦਰ ਕੌਰ ਆ ਜਿਹੜੀ ਖਾਸ ਤੌਰ ਤੇ ਆਪਾਂ ਕਹਿ ਲਈਏ ਕਿ ਰਿਸ਼ਤੇ ਦੇ ਵਿੱਚ ਚੰਨੀ ਸਾਹਿਬ ਦੀ ਭਰਜਾਈ ਹੈ, ਉਹਦਾ ਤਬਾਦਲਾ ਕਰ ਦਿੱਤਾ ਸੀ ਇਹਨਾਂ ਨੇ ਬਰਨਾਲੇ ਜ਼ਿਲ੍ਹੇ ਦੇ ਵਿੱਚ। ਤੇ ਤੁਹਾਨੂੰ ਪਤਾ ਚੰਨੀ ਦੇ ਭਰਾਤਾ ਤੇ ਉਹੀ ਥੋੜਾ ਰੜਕਦੇ ਆ ਨਾ, ਕਿਉਂਕਿ ਉਹ ਵੀ ਡਾਕਟਰ ਸੀਗੇ ਕਿਸੇ ਸਮੇਂ। ਤਾਂ ਉਹਨਾਂ ਨੇ ਕੀ ਕੀਤਾ ਸੀ, ਉਹਨਾਂ ਨੇ ਇਲੈਕਸ਼ਨ ਲੜਿਆ ਸੀ ਆਜ਼ਾਦ। ਉਹ ਆਪਣੀ ਪਾਰਟੀ ਦੀ ਅੱਖ 'ਚ ਵੀ ਰੜਕਦੇ ਤੇ ਇੱਧਰ ਵੀ ਰੜਕਦੇ ਆ। ਤਾਂ ਜਦੋਂ ਇਹਨਾਂ ਨੂੰ ਲੱਗਿਆ ਹੋਏਗਾ ਕਿ ਭਾਈ ਹੁਣ ਤੇ ਕੰਮ ਔਖਾ ਹੋ ਗਿਆ, ਆਪਦੀ ਸਰਕਾਰ ਵੇਲੇ ਤੇ ਲਾਗੇ ਲਾਗੇ ਰਹੇ, ਲਵੇ ਲਵੇ ਰਹੇ, ਹੁਣ ਦੂਰ ਜਾਣਾ ਪਊਗਾ ਤੇ ਛੱਡੋ ਖਹਿੜਾ। ਸੋ ਇਸ ਕਰਕੇ ਹੁਣ ਇੱਧਰੋਂ ਅਸਤੀਫਾ ਹੋ ਗਿਆ। ਤੇ ਲੋਕੀ ਤਾਂ ਹੀ ਤੇ ਕਹਿੰਦੇ ਆ ਕਿ ਅਸੀਂ ਤੇ ਇਹਨਾਂ ਨੂੰ ਚੁਣਿਆ ਸੀਗਾ ਕਿ ਖਾਲੀ ਪਏ ਹਸਪਤਾਲਾਂ ਨੂੰ ਭਰਨਗੇ, ਪਰ ਜਿਹੜੇ ਕੋਈ ਮਾੜੇ ਮੋਟੇ ਬਚੇ ਕਿਤੇ ਉਹ ਸਾਰੇ ਨਾ ਖਾਲੀ ਕਰ ਦੇਣ। ਤੇ ਫਿਰ ਲੋਕੀ ਆਖਣ ਜਦ ਦੇ ਜੰਮੇ ਸੂਰਜ ਭਾਣ, ਚੁੱਲ੍ਹੇ ਅੱਗ ਨਾ ਮੰਜੇ ਵਾਹਨ। ਆਹ ਕਹਾਣੀ ਨਾ ਬਣਾ ਦਿਓ, ਕਿਤੇ ਉਲਟਾ ਨਾ ਹੋ ਜਾਵੇ ਕੰਮ। ਤੇ ਇਹ ਦੱਸਿਓ ਜੀ, ਆਪ ਵਜ਼ੀਰ ਦੇ ਨਾਂ ਤੇ ਪ੍ਰੈਸ ਨੋਟ ਨੂੰ ਨੋਟਿਸ ਦਾ ਘੇਰਾ ਪੈ ਗਿਆ, ਕੀ ਵੇਰਵਾ ਜੀ ਇਸ ਖਬਰ ਦਾ? ਦੇਖੋ ਗੱਲ ਕੀ ਹੋਈ ਸੀਗੀ ਕਿ ਇਸੇ ਦਰਮਿਆਨ ਵੀਕਐਂਡ ਦੇ ਦਰਮਿਆਨ ਹੀ ਇੱਕ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ। ਤੁਹਾਡਾ ਕੀ ਲੌਂਗ ਵੀਕਐਂਡ ਸੀਗਾ, ਤਾਂ ਇਹ ਸੁਣਵਾਈ ਹੋਈ ਸੀਗੀ ਚੱਡਾ ਸਾਹਿਬ ਦੀ ਜਿਹੜੀ ਨਿਯੁਕਤੀ ਕੀਤੀ ਗਈ ਆ। ਤਾਂ ਬੜੀ ਇੰਟਰਸਟਿੰਗ ਸੁਣਵਾਈ ਸੀ, ਸਾਰਿਆਂ ਦੀ ਨਿਗਾਹ ਸੀ ਉਹਦੇ ਤੇ। ਤਾਂ ਦਰਅਸਲ ਕੀ ਹੈ ਕਿ ਉਹ ਵੈਸੇ ਪੇਸ਼ਕਾਰੀ ਦਾ ਢੰਗ ਹੁੰਦਾ ਹੈ, ਮੀਡੀਆ ਦੇ ਵਿੱਚ ਕਈ ਚੀਜ਼ਾਂ ਇਸ ਤਰ੍ਹਾਂ ਪੇਸ਼ ਕੀਤੀਆਂ ਜਾਂਦੀਆਂ ਨੇ ਕਿ ਲੋਕਾਂ ਨੂੰ ਲੱਗਦਾ ਕਿ ਫੈਸਲਾ ਇਸ ਪੱਖ 'ਚ ਹੋ ਗਿਆ ਜਾਂ ਆਹ ਫੈਸਲਾ ਹੋ ਗਿਆ। ਪਰ ਕਈ ਵਾਰੀ ਵਰਬਲੀ ਟਿੱਪਣੀਆਂ ਨੂੰ ਵੀ ਮੀਡੀਆ ਕੋਟ ਕਰਕੇ ਪੇਸ਼ਕਾਰੀ ਦੇ ਰੂਪ 'ਚ ਅੱਗੇ ਰੱਖ ਦਿੰਦਾ ਹੈ, ਜਦ ਕਿ ਉਹ ਫੈਸਲਾ ਨਹੀਂ ਕੋਈ ਹੁੰਦਾ। ਤਾਂ ਇਸ ਤਰ੍ਹਾਂ ਇੱਕ ਦੁਵਿਧਾ ਪੈਦਾ ਹੋ ਜਾਂਦੀ ਹੈ, ਦਵੰਦ ਪੈਦਾ ਹੋ ਜਾਂਦਾ ਆ। ਤਾਂ ਹੋਇਆ ਕੀ ਸੀਗਾ ਕਿ ਜਦੋਂ ਉਸ ਪਟੀਸ਼ਨ ਦਾ ਨਵੇੜਾ ਹੋਇਆ, ਐਕਚੁਅਲ ਦੇ ਵਿੱਚ ਨਵੇੜਾ ਕਿਸ ਤਰ੍ਹਾਂ ਹੋਇਆ ਮੈਂ ਸੰਖੇਪ 'ਚ ਦੱਸ ਦੇਣਾ, ਵੈਸੇ ਉਹ ਸਾਰਿਆਂ ਨੇ ਤਕਰੀਬਨ ਸੁਣ ਲਿਆ ਹੋਣਾ ਹੈ ਕਿ ਉਹਦੇ 'ਚ ਜਿਹੜਾ ਪਟੀਸ਼ਨ ਕਰਤਾ ਸੀਗਾ ਉਹ ਬਹੁਤ ਕਹਿ ਲਓ ਕਿ ਪਹੁੰਚਿਆ ਹੋਇਆ ਕਾਨੂੰਨੀ ਖਿਡਾਰੀ ਆ, ਵਕੀਲ ਆ, ਉਹ ਜਗਮੋਹਨ ਸਿੰਘ ਭੱਟੀ, ਜਿਹਨੇ ਮੁੱਖ ਸੰਸਦੀ ਸਕੱਤਰਾਂ ਦੀ ਫੱਟੀ ਪੋਚੀ ਸੀਗੀ। ਹੁੰਦੇ ਸੀ ਨਾ ਮੁੱਖ ਸੰਸਦੀ ਸਕੱਤਰ, ਇਹਨਾਂ ਨੇ ਹੀ ਲੀਗਲੀ ਚੈਲੰਜ ਕੀਤਾ ਸੀਗਾ। ਤਾਂ ਖੈਰ ਇਹਨਾਂ ਨੇ ਇਸੇ ਨਿਯੁਕਤੀ ਨੂੰ ਚੈਲੰਜ ਕੀਤਾ। ਹੋਇਆ ਕਿ ਹਾਈ ਕੋਰਟ 'ਚ ਜਦੋਂ ਸੁਣਵਾਈ ਹੋਈ, ਹਾਈ ਕੋਰਟ ਨੇ ਕਿਹਾ ਕਿ ਇੱਕ ਵਾਰੀ ਅਸੀਂ ਕਰਦੇ ਹਾਂ ਡਿਸਪੋਜ਼ ਆਫ, ਪਰ ਤੁਸੀਂ ਜਿਹੜਾ ਇਹ ਪਟੀਸ਼ਨ ਕਰਤਾ ਦਾ ਮੰਗ ਪੱਤਰ ਹੈ ਇਹਦੇ ਤੇ ਸਾਰੀ ਸਫਾਈ ਦਿਓਗੇ, ਸਾਰਾ ਜਵਾਬ ਦਿਓਗੇ। ਮਤਲਬ ਕਿ ਨਿਯੁਕਤੀ ਕਿਵੇਂ, ਕਿਉਂਕਿ ਨੋਟੀਫਾਈਡ ਤਾਂ ਹੋਇਆ ਹੀ ਨਹੀਂ ਹਾਲੇ ਤੱਕ ਉਹ ਸਾਰਾ ਮਾਜਰਾ, ਕਿ ਤੁਸੀਂ ਕਿਵੇਂ ਉਹਨੂੰ ਨੋਟੀਫਾਈਡ ਕਰਦੇ ਹੋ, ਕਿਵੇਂ ਤੁਸੀਂ ਉਹ ਸੰਵਿਧਾਨ ਦੇ ਦਾਇਰੇ 'ਚ ਸਾਰੀ ਨਿਯੁਕਤੀ ਕੀਤੀ ਹੈ ਵਗੈਰਾ ਵਗੈਰਾ, ਉਹ ਸਾਰਾ ਜਵਾਬ ਤੁਸੀਂ ਦਿਓਗੇ ਪਟੀਸ਼ਨ ਕਰਤਾ ਨੂੰ। ਹੁਣ ਜਿਹੜੇ ਹਰਜੋਤ ਸਿੰਘ ਬੈਂਸ ਆ ਇਹਨਾਂ ਦੇ ਮਿਨਿਸਟਰ, ਉਹ ਤੁਹਾਨੂੰ ਪਤਾ ਹੀ ਹੈ ਕਿ ਉਹ ਥੋੜੇ ਜਿਹੇ ਵੈਸੇ ਤੇ ਆਪ ਵੀ ਵਕੀਲ ਨੇ, ਇੱਕ ਵਾਰੀ ਲਾਇਸੈਂਸ ਵੀ ਉਹਨਾਂ ਦਾ ਰੱਦ ਹੋ ਗਿਆ ਸੀ, ਫਿਰ ਪਤਾ ਨਹੀਂ ਬਹਾਲ ਹੋਇਆ ਕਿ ਨਹੀਂ ਬਹਾਲ ਹੋਇਆ, ਉਹ ਵੀ ਰੌਲਾ ਰੱਪਾ ਚੱਲਦਾ ਆ। ਪਰੰਤੂ ਹੋਇਆ ਕਿ ਉਹਨਾਂ ਦੇ ਨਾਮ ਹੇਠ ਇੱਕ ਪ੍ਰੈਸ ਨੋਟ ਜਾਰੀ ਹੋ ਗਿਆ, ਤਾਂ ਜਿਹਦੇ ਵਿੱਚ ਮਤਲਬ ਕਿ ਕੁਝ ਸ਼ਬਦ ਇਸ ਤਰ੍ਹਾਂ ਦੇ ਇਸਤੇਮਾਲ ਕੀਤੇ ਗਏ ਵਿਜੇ ਜੀ ਕਿ ਅਦਾਲਤ ਦਾ ਸਮਾਂ ਖਰਾਬ ਕਰਨ ਵਾਲਿਆਂ ਦੇ ਮੂੰਹ ਤੇ ਵੱਜੀ ਕਰਾਰੀ ਚਪੇੜ। ਤਾਂ ਇਸੇ ਚੀਜ਼ ਨੂੰ ਆਧਾਰ ਬਣਾ ਕੇ ਭੱਟੀ ਸਾਹਿਬ ਦੀ ਲੀਗਲ ਟੀਮ ਨੇ ਇਹਨਾਂ ਨੂੰ ਨੋਟਿਸ ਕਰ ਦਿੱਤਾ ਹੈ ਕਿ ਜਨਾਬ ਜਾਂ ਤਾਂ 24 ਘੰਟਿਆਂ 'ਚ ਮਾਫੀ ਮੰਗ ਲਓ,
ਤੇ ਜਾਂ ਫਿਰ 10 ਕਰੋੜ ਦਾ ਮਾਣਹਾਨੀ ਦਾ ਦਾਵਾ ਚੱਲਣ ਵਾਸਤੇ ਤਿਆਰ ਰਹੋ। ਤਾਂ ਖੈਰ ਮਾਫੀ ਮੰਗਣ ਦੇ ਵਿੱਚ ਤੇ ਐਕਸਪਰਟੀ ਹੈਗੀ ਆ, ਕੋਈ ਚੱਕਰ ਨਹੀਂ। ਤੇ ਮਾਫੀ ਮੰਗਿਆ ਕਿਹੜਾ ਕੋਈ ਬੰਦਾ ਛੋਟਾ ਹੋ ਜਾਂਦਾ, ਕੋਈ ਚੱਕਰ ਨਹੀਂ ਹੈਗਾ, ਮਾਫੀ ਮੰਗੀ ਵੀ ਜਾ ਸਕਦੀ ਆ। ਪਰ ਲੋਕ ਇੰਤਜ਼ਾਰ ਕਰ ਰਹੇ ਆ ਕਿ ਕੀ ਇੱਕ ਹੋਰ, ਉਹ ਜਿਵੇਂ ਗਾਣੇ ਚ ਕਹਿੰਦੇ ਨੇ ਇੱਕ ਵਾਰੀ ਹੋਰ, ਵੀ ਇੱਕ ਵਾਰੀ ਹੋਰ ਮਾਫੀ ਆਏਗੀ, ਜਾਂ ਫਿਰ ਇਹ ਜਿਹੜਾ ਮਾਮਲਾ ਹੈ ਉਹ ਕਾਨੂੰਨੀ ਚੌਖੜ ਦੇ ਵਿੱਚ ਫਿਰ ਲੜਾਈ ਦਾ ਰੂਪ ਧਾਰਨ ਕਰੇਗਾ, ਕਿਉਂਕਿ ਵਕੀਲ ਨੂੰ ਵਕੀਲ ਟੱਕਰੇਗਾ ਨਾ, ਉਧਰੋਂ ਵੀ ਵਕੀਲ ਤੇ ਉਧਰੋਂ ਵੀ ਵਕੀਲ ਜੀ। ਤਾਂ ਹੁਣ ਇਹ ਮਾਮਲਾ ਜਿਹੜਾ ਉਹ ਇਸ ਪੱਖ ਤੋਂ ਕਾਨੂੰਨੀ ਝਮੇਲੇ 'ਚ ਆ ਗਿਆ ਜੀ। ਇੱਕ ਇਹ ਦੱਸੋ ਜੀ, ਦੋਹਰੇ ਸੰਵਿਧਾਨ ਵਾਲਾ ਮਾਮਲਾ ਜਿਹੜਾ ਚੱਲ ਰਿਹਾ ਹੈ ਉਹਦੇ ਵਿੱਚ ਚੋਣ ਕਮਿਸ਼ਨ ਵੱਲੋਂ ਰਿਕਾਰਡ ਪੇਸ਼ ਕੀਤੇ ਜਾਣਗੇ, ਇਹਦੇ ਨਾਲ ਕਈ ਸਮੱਸਿਆਵਾਂ ਵੀ ਵੱਧ ਸਕਦੀਆਂ ਨੇ, ਕੀ ਵੇਰਵਾ ਜੀ ਇਸ ਗੱਲਬਾਤ ਦਾ? ਦੋਹਰਾ ਸੰਵਿਧਾਨ ਜਿਹੜਾ ਉਹ ਇੱਕੋ ਰਾਜਸੀ ਪਾਰਟੀ ਦਾ ਇਸ ਵੇਲੇ ਕਹਿ ਲਓ ਕਿ ਗੱਲ ਦਾ ਫਸਤਾ ਹੈ, ਉਹ ਹੈ ਅਕਾਲੀ ਦਲ ਬਾਦਲ ਜੀ। ਕਿਉਂਕਿ ਲੰਮੇ ਸਮੇਂ ਤੋਂ ਇੱਕ ਸੁਣਵਾਈ ਚੱਲਦੀ ਆ, ਔਰ ਇਹ ਉਹੀ ਕੇਸ ਹੈ ਵਿਜੇ ਜੀ, ਯਾਦ ਹੋਏਗਾ, ਜਿਹਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਜ਼ਮਾਨਤ ਲੈਣੀ ਪਈ ਸੀਗੀ। ਜ਼ਮਾਨਤ ਲੈਣੀ ਪਈ ਸੀਗੀ, ਲੱਖ ਰੁਪਏ ਦਾ ਸ਼ਾਇਦ ਬੇਲ ਬੌਂਡ ਭਰਨਾ ਪਿਆ ਸੀਗਾ, ਪੇਸ਼ ਹੋਣਾ ਪਿਆ ਸੀ ਅਦਾਲਤ ਦੇ ਵਿੱਚ, ਤੇ ਸਿਰਫ ਪ੍ਰਕਾਸ਼ ਸਿੰਘ ਬਾਦਲ ਨੂੰ ਇਜਾਜ਼ਤ ਮਿਲੀ ਸੀ ਸਿਹਤ ਕਾਰਨਾਂ ਕਰਕੇ, ਬਾਕੀ ਸਾਰਿਆਂ ਨੂੰ ਸਮਨ ਕਰਕੇ ਮਤਲਬ ਕਿ ਇਹਨਾਂ ਨੂੰ ਉੱਥੇ ਅਦਾਲਤ ਦੇ ਵਿੱਚ ਪੇਸ਼ ਹੋਣਾ ਪਿਆ ਸੀਗਾ ਕਿ ਪੇਸ਼ ਕਰੋ ਇਹਨਾਂ ਨੂੰ। ਸੋ ਕਈਆਂ ਦੇ ਗ੍ਰਿਫਤਾਰੀ ਵਾਰੰਟ ਵੀ ਇੱਕ ਵਾਰੀ ਨਿਕਲੇ ਸੀਗੇ। ਤਾਂ ਖੈਰ ਇਹ ਮਾਜ਼ਰਾ ਕੀ ਆ ਕਿ ਬਲਵੰਤ ਸਿੰਘ ਖੇੜਾ ਬਜ਼ੁਰਗ ਆਗੂ ਨੇ, ਪੁਰਾਣੇ ਸਿਆਸੀ ਆਗੂ ਨੇ, ਖਿਡਾਰੀ ਨੇ ਉਹ ਵੀ ਪੁਰਾਣੇ, ਤਾਂ ਉਹਨਾਂ ਨੇ ਪਟੀਸ਼ਨਾਂ ਪਾਈਆਂ ਹੋਈਆਂ ਨੇ, 2 ਨੇ ਪਟੀਸ਼ਨਾਂ ਐਕਚੁਅਲ ਦੇ ਵਿੱਚ। ਇੱਕ ਤੇ ਇਹ ਆ, ਸੰਖੇਪ 'ਚ ਆਪਾਂ ਉਸ ਗੱਲ ਨੂੰ ਥੋੜਾ ਦੱਸ ਦਿੰਦੇ ਆ ਕਿ ਉਹਨਾਂ ਦਾ ਕਹਿਣਾ ਇਹ ਆ ਕਿ ਇੱਕ ਤਾਂ ਚੋਣ ਕਮਿਸ਼ਨ ਨੂੰ ਜਿਹੜਾ ਇਹਨਾਂ ਨੇ ਅੰਡਰਟੇਕਿੰਗ ਦਾ ਦਿੱਤਾ ਹੋਇਆ ਸਾਰਾ ਮਜ਼ਮੂਨ, ਉਹਦੇ 'ਚ ਆਪਣੇ ਆਪ ਨੂੰ ਇਹਨਾਂ ਨੇ ਕਿਹਾ ਕਿ ਅਸੀਂ ਧਰਮ ਨਿਰਪੱਖ ਪਾਰਟੀ ਵਜੋਂ ਲੋਕਤਾਂਤਰਿਕ ਢਾਂਚੇ 'ਚ ਇਲੈਕਸ਼ਨ ਲੜਾਂਗੇ ਜੀ, ਨੰਬਰ 1। ਤਾਂ ਦੂਸਰੇ ਪਾਸੇ ਇਹ ਧਾਰਮਿਕ ਸੰਸਥਾ ਦੀ ਚੋਣ ਬਕਾਇਦਾ ਲੜਦੇ ਰਹੇ ਆ। ਤਾਂ ਇਹ ਹੈ ਯਾਨੀ ਇਸ ਸਾਰੀ ਕਹਾਣੀ ਦੇ ਪਿੱਛੇ ਇੱਕ ਲਫੜਾ। ਤਾਂ ਦੂਜੇ ਪਾਸੇ ਦੂਜੀ ਪਟੀਸ਼ਨ ਕਿਹੜੀ ਹੈ, ਉਹ ਇੱਕ ਕੇਸ ਤਾਂ ਇਹ ਜਿਹੜਾ ਹੈਗਾ ਦੋਹਰੇ ਸੰਵਿਧਾਨ ਦਾ, ਇਹ ਹੈਗਾ ਹੁਸ਼ਿਆਰਪੁਰ ਦੀ ਕੋਰਟ ਦੇ ਵਿੱਚ, ਦੂਸਰਾ ਹੈਗਾ ਦਿੱਲੀ ਹਾਈ ਕੋਰਟ ਦੇ ਵਿੱਚ। ਉਹ ਮਾਮਲਾ ਹੈ ਕਿ ਇਹਨਾਂ ਨੇ ਗਲਤ ਜਾਣਕਾਰੀ ਦਿੱਤੀ ਆ, ਯਾਨੀ ਚੋਣ ਕਮਿਸ਼ਨ ਦੇ ਨਾਲ ਇਹਨਾਂ ਨੇ ਸਹੀ ਢੰਗ ਦੇ ਨਾਲ ਜੋ ਕਾਗਜ਼ ਪੱਤਰਾਂ ਦਾ ਲੈਣ ਦੇਣ ਹੁੰਦਾ ਉਹ ਨਹੀਂ ਕੀਤਾ, ਤਾਂ ਇਹਨਾਂ ਦੀ ਮਾਨਤਾ ਰੱਦ ਹੋਣੀ ਚਾਹੀਦੀ ਆ ਪਾਰਟੀ ਵਜੋਂ। ਠੀਕ ਹੈ ਨਾ ਜੀ, 2 ਕੇਸ ਹੋ ਗਏ ਅਲੱਗ-ਅਲੱਗ। ਕਈ ਵਾਰ ਕਈ ਚੀਜ਼ਾਂ 'ਚ ਆਪਾਂ ਨਾ ਥੋੜਾ ਰਲਾ ਲੈਂਦੇ ਆ ਕਿ ਉੱਧਰ ਕੀ ਚੱਲ ਰਿਹਾ, ਇੱਧਰ ਕੀ ਚੱਲ ਰਿਹਾ, ਦਰਅਸਲ ਇਹ ਅਲੱਗ-ਅਲੱਗ ਆ। ਤਾਂ ਪਿਛਲੀ ਸੁਣਵਾਈ ਤੇ ਕੀ ਹੋਇਆ ਸੀਗਾ ਵਿਜੇ ਜੀ, ਇੰਟਰਸਟਿੰਗਲੀ ਉਹ ਚੀਜ਼ ਜਿਹੜੀ ਆ ਸਮਝਣ ਵਾਲੀ ਆ ਕਿ ਇੰਡੀਆ ਦੇ ਵਿੱਚ ਇਹ ਜਿਹੜੀਆਂ ਮਹੱਤਵਪੂਰਨ ਬਾਡੀਆਂ ਨੇ, ਜਿਨ੍ਹਾਂ ਨੂੰ ਆਪਾਂ ਖੁਦ ਮੁਖਤਿਆਰ ਬਾਡੀਆਂ ਕਹਿੰਦੇ ਆ, ਕਿ ਕਿਸ ਤਰ੍ਹਾਂ ਕੰਮ ਕਰਦੀਆਂ ਵਿਚਾਰੀਆਂ। ਬੋੜੇ ਬਘਿਆੜ ਨੇ, ਜਿੱਦਾਂ ਕੋਈ ਬਘਿਆੜ ਹੋਵੇ ਤੇ ਉਹਦੇ ਦੰਦ ਹੀ ਕੱਢ ਦਈਏ, ਸਾਰੇ ਬੋੜਾ ਹੋ ਜਾਵੇ, ਤਾਂ ਉਹਦਾ ਕੀ ਫਾਇਦਾ ਜੀ? ਉਹਨੂੰ ਤੇ ਕੋਈ ਹੋਰ ਕੁੱਤਾ ਬਿੱਲਾ ਵੀ ਚਪੇੜਾ ਮਾਰ ਜਾਊਗਾ। ਤਾਂ ਗੱਲ ਇਹ ਆ ਕਿ ਇਹ ਬੋੜਾ ਬਘਿਆੜ ਬਣਿਆ ਹੋਇਆ ਚੋਣ ਕਮਿਸ਼ਨ। ਇਹਨਾਂ ਨੇ ਜਾ ਕੇ ਕਿਹਾ ਜੀ ਕਿ ਅਸੀਂ ਕੁਝ ਨਹੀਂ ਕਰ ਸਕਦੇ ਇਸ ਮਾਮਲੇ 'ਚ, ਇਸ ਮਾਮਲੇ 'ਚ ਅਸੀਂ ਕੁਝ ਨਹੀਂ ਕਰ ਸਕਦੇ, ਹੱਦ ਵਾਲੀ ਗੱਲ ਸੀਗੀ। ਤਾਂ ਫਿਰ ਹੋਇਆ ਕਿ ਕੋਰਟ ਨੇ ਕਿਹਾ ਕਿ ਭਾਈ ਇਹ ਕਿੱਦਾਂ ਹੋ ਸਕਦਾ ਕਿ ਤੁਸੀਂ ਕੁਝ ਨਹੀਂ ਕਰ ਸਕਦੇ ਜੀ, ਕੋਈ ਰਿਕਾਰਡ ਚੈੱਕ ਕਰੋ, ਕੋਈ ਗੱਲ, ਕੋਈ ਬਾਤ। ਮਾਨਤਾ ਰੱਦ, ਉਹ ਕਹਿੰਦੇ ਜੀ ਮਾਨਤਾ ਰੱਦ ਕੰਮ ਕਰਨ, ਜਿਹੜਾ ਮਾਨਤਾ ਰੱਦ ਦਾ ਕੰਮ ਕਰਨਾ ਹੈ ਉਹ ਸਰਕਾਰ ਨੇ ਕਰਨਾ, ਸਾਡੇ ਪੱਲੇ ਕੁਝ ਨਹੀਂ, ਸਾਡੇ ਪੱਲੇ ਕੁਝ ਨਹੀਂ, ਮਤਲਬ ਕਿ ਅਸੀਂ ਨਹੀਂ ਕਰ ਸਕਦੇ ਇੱਦਾਂ। ਤੁਸੀਂ ਹਿਸਾਬ ਲਾ ਲਓ ਕਿ ਚੋਣ ਕਮਿਸ਼ਨ ਕੋਲ ਇਹ ਵੀ ਤਾਕਤ ਨਹੀਂ ਹੈਗੀ ਜੀ। ਸੋ ਇਸ ਕਰਕੇ ਫਿਰ ਆ ਜਿਹੜੀ ਹੁਣ ਸੁਣਵਾਈ ਹੋਈ ਆ, ਇਹਦੇ ਤੇ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਸਮਾਂ ਮੰਗਿਆ ਵਾ ਚੋਣ ਕਮਿਸ਼ਨ ਨੇ ਕਿ ਅਸੀਂ ਰਿਕਾਰਡ ਨੂੰ ਘੋਖਾਂਗੇ। ਤਾਂ ਹੁਣ 2 ਕੁ ਹਫ਼ਤਿਆਂ ਦਾ ਇਹਨਾਂ ਨੂੰ ਹੋਰ ਸਮਾਂ ਮਿਲਿਆ, ਉਸ ਤੋਂ ਬਾਅਦ ਇਹ ਸਾਰਾ ਰਿਕਾਰਡ ਘੋਖ ਕੇ ਉੱਥੇ ਜਵਾਬ ਦਾਖਲ ਕਰਨਗੇ। ਤਾਂ ਅਕਾਲੀ ਦਲ ਵਾਸਤੇ ਦੋਹਰਾ ਸੰਵਿਧਾਨ ਦਾ ਮਾਮਲਾ, ਦੋਹਰਾ ਪੰਗਾ, ਇੱਕ ਪਾਸੇ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕ੍ਰਿਮੀਨਲ ਕੇਸ ਫਾਈਲ ਆ, ਤੇ ਦੂਸਰੇ ਪਾਸੇ ਮਾਨਤਾ ਨੂੰ ਖਤਰਾ ਹੈ ਜੀ। ਮਿੰਟੂ ਜੀ ਕੀ ਦੱਸਿਓ, ਜਦੋਂ ਆਧਾਰ ਕਾਰਡ ਵਗੈਰਾ ਇਸ਼ੂ ਹੋਏ ਤੇ ਉਹਨਾਂ ਨੂੰ ਲੈ ਕੇ ਕੁਝ ਐਰਰਸ ਅਜਿਹੇ ਹੋਏ ਜਿਨ੍ਹਾਂ ਨੂੰ ਮਤਲਬ ਕਾਮੇਡੀ ਦਾ ਬਾਇਸ ਬਣ ਗਏ ਸੀ, ਉਹ ਕਿ ਕਿਸੇ ਦੀ ਫੋਟੋ ਕਿਸੇ ਹੋਰ ਕਾਰਡ ਤੇ ਲੱਗ ਗਈ। ਆਫ ਕੋਰਸ ਇੰਨੀ ਵੱਡੀ ਗਿਣਤੀ ਦੇ ਵਿੱਚ ਇਹ ਕਾਰਡਸ ਬਣਾਏ ਗਏ ਸੀ ਤੇ ਕਿਤੇ ਨਾ ਕਿਤੇ ਉਹ ਮਾਰਜਨ ਫॉर ਐਰਰ ਵੀ ਚਲੋ ਰਹਿ ਹੀ ਜਾਂਦਾ ਹੁੰਦਾ। ਪਰ ਇਹ ਕੀ ਮਾਜਰਾ ਹੈ ਕਿ ਇੱਕ ਸਾਬਕਾ ਵਿਧਾਇਕ ਦੇ ਆਧਾਰ ਕਾਰਡ ਦੇ ਉੱਪਰ ਵੀ ਉਹਨੂੰ ਲੈ ਕੇ ਵੀ ਕੋਈ ਨਾ ਕੋਈ ਵਿਵਾਦ ਬਣ ਗਿਆ, ਕੀ ਵੇਰਵਾ ਜੀ ਇਸ ਗੱਲ ਦਾ? ਬਿਲਕੁਲ, ਇੱਥੇ ਤੇ ਇਹ ਵੀ ਸੀਨ ਦੇਖਿਆ ਹੋਇਆ ਹੈ ਸਾਡੇ ਮੁਲਕ ਨੇ ਕਿ ਇੱਕ ਪੱਤਰਕਾਰ ਬੀਬੀ ਨੇ ਸ਼ਾਇਦ 20 ਰੁਪਏ ਦੇ ਕੇ ਐਕਸੈਸ ਹਾਸਲ ਕਰ ਲਿਆ ਸੀਗਾ ਆਧਾਰ ਕਾਰਡ ਦੇ ਡਾਟਾ ਬੈਂਕ ਦਾ, ਡਾਟਾਬੇਸ ਦਾ ਹੀ। ਉਹ ਅੱਛਾ ਜੀ, ਇਹ ਵੀ ਅਸੀਂ ਸੀਨ ਦੇਖਿਆ। ਤਾਂ ਖੈਰ ਇਹਨਾਂ ਨੇ ਉਲਟਾ ਪੱਤਰਕਾਰ ਨੂੰ ਹੀ ਤਾੜਨਾ ਸਟਾਰਟ ਕਰ ਦਿੱਤਾ ਸੀਗਾ।
ਇਹ ਨਹੀਂ ਵੇਖਿਆ ਕਿ ਸਾਡੀ ਕਮਜ਼ੋਰੀ ਹੈ। ਤਾਂ ਖੈਰ ਇਹੀ ਤੇ ਸਾਡੀ ਕਮਜ਼ੋਰੀ ਹੈ ਅਸਲ ਦੇ ਵਿੱਚ। ਇਹ ਮਾਮਲਾ ਜਿਹੜਾ ਜਲੰਧਰ ਦੇ ਨਾਲ ਜੁੜਿਆ, ਇੱਥੇ ਸਾਬਕਾ ਵਿਧਾਇਕ ਹੁੰਦਾ ਸੀ ਸੁਸ਼ੀਲ ਰਿੰਕੂ, ਵੈਸੇ ਹਜੇ ਵੀ ਹੈ, ਐਸੀ ਗੱਲ ਨਹੀਂ ਹੈ, ਮਤਲਬ ਕਿ ਪਹਿਲਾਂ ਵਿਧਾਇਕ ਹੁੰਦਾ ਸੀ, ਹੁਣ ਸਾਬਕਾ ਲੱਗ ਗਿਆ ਨਾਲ। ਵੈਸੇ ਸਭ ਤੋਂ ਮੇਰੇ ਖਿਆਲ ਦੇ ਨਾਲ ਪਰੇਸ਼ਾਨੀ ਦਾ ਸਬਬ ਹੈ ਕਿਸੇ ਨੇਤਾ ਦੇ ਨਾਲ ਸਾਬਕਾ ਲੱਗ ਜਾਣਾ। ਸਾਡੇ ਲਈ ਤੇ ਚਲੋ ਇੱਕ ਆਮ ਖਬਰ ਹੁੰਦੀ ਆ। ਤਾਂ ਮਸਲਾ ਕੀ ਹੈ ਕਿ ਉਹਨੇ ਕਿਤੇ ਗੱਡੀ ਲਈ ਸੀਗੀ, ਗੱਡੀ ਲਈ ਜਦੋਂ ਆਪਣਾ ਆਧਾਰ ਕਾਰਡ ਦਿੱਤਾ, ਕਿਉਂਕਿ ਜਦੋਂ ਇਹ ਗੱਡੀ ਲੈਂਦੇ ਨੇ ਤਾਂ ਕੋਈ ਵੀ ਕਿਸੇ ਵੀ ਸ਼ੋਰੂਮ ਦੇ ਵਿੱਚ ਤਾਂ ਉਹ ਆਧਾਰ ਕਾਰਡ ਲਾਜ਼ਮੀ ਹੈ। ਕਮਾਲ ਦੀ ਗੱਲ ਇਹ ਹੋਈ ਕਿ ਬਾਅਦ ਦੇ ਵਿੱਚ ਜਦੋਂ ਰਜਿਸਟ੍ਰੇਸ਼ਨ ਵਾਸਤੇ ਕਿਸੇ ਹੋਰ ਗੱਡੀ ਦੀ ਉਹ ਆਧਾਰ ਕਾਰਡ ਗਿਆ ਜਿਹਦੇ ਤੇ ਰਿੰਕੂ ਦੀ ਫੋਟੋ ਲੱਗੀ ਸੀ, ਪਰ ਨਾਮ ਰਿੰਕੂ ਦਾ ਨਹੀਂ ਸੀਗਾ। ਅੱਛਾ ਜੀ। ਅੱਗੋਂ ਕਿਉਂਕਿ ਉਹ ਸ਼ਕਲ ਜਾਣੀ ਪਛਾਣੀ, ਹੁਣ ਤੁਹਾਨੂੰ ਪਤਾ ਇਲਾਕੇ ਦਾ MLA ਹੈ ਜਿਹੜਾ, ਉਹ ਹਰੇਕ ਬੰਦੇ ਦਾ ਜਾਣਿਆ ਪਛਾਣਿਆ ਹੁੰਦਾ ਚਿਹਰਾ। ਹੁਣ ਬਾਅਦ ਦੇ ਵਿੱਚ ਜਦੋਂ ਰੌਲਾ ਪੈ ਗਿਆ, ਰਿੰਕੂ ਨੇ ਚੈੱਕ ਕੀਤਾ, ਉਹ ਕਹਿੰਦਾ ਕਿ ਹਾਂ ਬਿਲਕੁਲ ਫੋਟੋ ਮੇਰੀ ਆ ਪਰ ਆਧਾਰ ਕਾਰਡ ਦਾ ਨੰਬਰ ਮੇਰਾ ਨਹੀਂ ਹੈ। ਤਾਂ ਇੱਥੋਂ ਹੁਣ ਕਿਤੇ ਨਾ ਕਿਤੇ ਕਹਿ ਲਓ ਕਿ ਇੱਕ ਬਹੁਤ ਵੱਡੀ ਗੜਬੜ ਝਾਲੇ ਦੀ ਝਲਕ ਮਿਲਦੀ ਆ ਕਿ ਦਰਅਸਲ ਹੁੰਦਾ ਕੀ ਹੈ ਕਿ ਫਰਜ਼ੀਵਾੜਾ ਇਹ, ਜਿਵੇਂ ਮੰਨ ਲਓ ਆਧਾਰ ਕਾਰਡ ਲਾਜ਼ਮੀ ਹੈ, ਗੱਡੀ ਕੋਈ ਨਵੀਂ ਲੈਂਦਾ ਤਾਂ ਉਸ ਤੋਂ ਬਾਅਦ RTA ਦਫ਼ਤਰ ਨੂੰ RC ਕਲਰਕ ਦੇ ਕੋਲ ਜਿੱਦਾਂ ਉਹ ਪਹੁੰਚਾਉਂਦੇ ਨੇ ਡਾਕੂਮੈਂਟ ਸਾਰੇ, ਤਾਂ ਕਈ ਵਾਰ ਸ਼ਾਇਦ ਇਸ ਤਰ੍ਹਾਂ ਹੁੰਦਾ ਹੋਏਗਾ ਕਿ ਕੋਈ ਆਧਾਰ ਕਾਰਡ ਨਹੀਂ ਦੇ ਸਕਦਾ ਆਪਣਾ, ਤੇ ਉਹਦੀ ਜਗ੍ਹਾ ਤੇ ਜਿਹੜੇ ਪੁਰਾਣੇ ਦਿੱਤੇ ਹੋਏ ਆ ਉਹਦੇ ਵਿੱਚੋਂ ਹੀ ਚੱਕ ਕੇ ਇੱਧਰ ਉੱਧਰ ਕਰਕੇ ਪ੍ਰਿੰਟਿੰਗ ਵਗੈਰਾ ਵੀ ਆਪ ਹੀ ਕਰਕੇ ਸਾਰਾ ਕੰਮ ਆਪ ਹੀ ਕਰਕੇ। ਇੱਥੇ ਤੇ ਇਹੋ ਜਿਹੇ ਹਾਲ ਆ। ਇੱਕ ਵਾਰੀ ਲੁਧਿਆਣੇ ਤੋਂ ਸਕੈਮ ਆਇਆ ਸਾਹਮਣੇ, ਉਹ ਕਹਿੰਦੇ ਜੀ ਡੋਪ ਟੈਸਟ ਨਹੀਂ ਚੱਲਦੇ ਆ ਵੈਪਨ ਦੇ ਜਿਹੜੇ ਲਾਇਸੈਂਸ ਹੁੰਦੇ ਨੇ, ਤੇ ਉਹਨਾਂ ਦੇ ਡੋਪ ਟੈਸਟ ਲਾਜ਼ਮੀ ਕਰ ਦਿੱਤੇ। ਉੱਥੇ ਉਹਨਾਂ ਨੇ ਆਫਰ ਕਰ ਦਿੱਤੀ ਦਲਾਲਾਂ ਨੇ, ਕਹਿੰਦੇ ਕਿ ਗੱਲ ਇਹ ਆ ਕਿ ਜੇ 2000 ਦਿਓਗੇ ਤੇ ਤੁਹਾਡਾ ਜਿਹੜਾ ਡੋਪ ਟੈਸਟ ਆ ਨਾ ਪਾਸ ਕਰਾ ਦੇਾਂਗੇ, ਪਰ ਜੇ ਤੁਸੀਂ 2500 ਦਿਓਗੇ 2500 ਦਿਓਗੇ ਐਕਸਟਰਾ, ਤੁਹਾਨੂੰ ਮਤਲਬ ਕਿ ਯੂਰੇਨ ਦਾ ਉਹ ਵੀ ਕਰਨ ਦਾ ਤਕਲੀਫ ਨਹੀਂ ਹੋਏਗੀ, ਉਹ ਵੀ ਅਸੀਂ ਆਪ ਹੀ ਕਰਾ ਦੇਾਂਗੇ ਇੰਤਜ਼ਾਮ। ਇਦਾਂ ਦੇ ਦਲਾਲ ਵੀ ਮਿਲ ਜਾਂਦੇ ਆ ਕਿ ਪਿਸ਼ਾਬ ਕਰਨ ਦੀ ਵੀ ਜ਼ਰੂਰਤ ਨਹੀਂ, ਤੁਹਾਨੂੰ ਸੈਂਪਲ ਵੀ ਨਹੀਂ ਦੇਣਾ, ਉਹ ਵੀ ਇੰਤਜ਼ਾਮ ਹੋ ਜਾਏਗਾ। ਬਿਲਕੁਲ ਤੁਹਾਨੂੰ ਕੋਈ ਤਕਲੀਫ ਕਰਨ ਦੀ ਜ਼ਰੂਰਤ ਨਹੀਂ ਹੈਗੀ। ਤਾਂ ਇਸੇ ਤਰ੍ਹਾਂ ਜੁਗਾੜ ਹੋ ਜਾਂਦਾ। ਹੁਣ ਇਹ ਹਾਈ ਪ੍ਰੋਫਾਈਲ ਚਿਹਰਾ ਸੀਗਾ, ਪਛਾਣਿਆ ਗਿਆ, ਅਦਰਵਾਈਜ਼ ਕੀ ਪਤਾ ਕਿੰਨਾ ਲੰਘ ਜਾਂਦਾ ਆਧਾਰ ਕਾਰਡਾਂ ਦਾ ਇਹ ਜਿਹੜਾ ਸਾਰਾ ਕੁਝ ਚੱਲਦਾ ਪਿਆ ਸੀਗਾ। ਸੋ ਹੁਣ ਕਈ ਥਾਂ ਤੇ ਇਹੋ ਜਿਹੇ ਮਾਮਲੇ ਜਿਹੜੇ ਆ ਪੜਚੋਲੇ ਜਾ ਰਹੇ ਆ ਕਿ ਕਿਤੇ ਇਸ ਤਰ੍ਹਾਂ ਦੀ ਕੋਈ ਫਰਜ਼ੀਵਾੜੇ ਵਾਲੀ ਗੱਲ ਸੱਚੀਓ ਤਾਂ ਨਹੀਂ, ਤੇ ਜੇ ਹੈ ਤੇ ਉਹ ਕਿਹੜੇ ਪਾਸੇ ਹੋਰ ਹੋ ਸਕਦੀ ਹੈ। ਜੀ ਅੱਛਾ, ਇੱਕ ਇਹ ਦੱਸਿਓ, ਹਸਪਤਾਲ ਦੇ ਵਿੱਚ ਔਰਤ ਇੱਕ ਖੁਦਕੁਸ਼ੀ ਕਰ ਗਈ ਜੀ, ਬੜੀ ਮੰਦਭਾਗੀ ਖਬਰ ਹੈ ਇਹ, ਤੇ ਇਹਦੇ ਨਾਲ ਪੰਜਾਬ ਦੇ ਨਿਜ਼ਾਮ ਸਾਹਮਣੇ ਨੈਚੁਰਲੀ ਹੋਰ ਬਹੁਤ ਸਾਰੇ ਸਵਾਲ ਖੜੇ ਹੋ ਗਏ। ਇਹ ਕਿੱਥੇ ਵਾਪਰੀ ਜੀ ਘਟਨਾ ਇਹ ਦੇਖੋ, ਜਿਹੜੇ ਬੇਸਿਕਲੀ ਫੈਮਿਲੀ ਸੀਗੀ ਇਹ ਤੇ ਦੁਆਬੇ ਦੀ ਹੈ, ਤੇ ਇਹਨਾਂ ਦਾ ਪਿੰਡ ਜਿਹੜਾ ਮੇਰੇ ਖਿਆਲ ਦੇ ਨਾਲ ਕੋਈ ਦੱਸਿਆ ਜਾਂਦਾ ਕਿ ਫਲੋਰ ਵਾਲੀ ਸਾਈਡ, ਸ਼ਾਇਦ ਬਡਾਲਾ ਪਿੰਡ ਦੱਸਿਆ ਜਾ ਰਿਹਾ, ਫਲੋਰ ਦੇ ਕੋਲ। ਹੋਇਆ ਕਿ ਖੇਤੀਬਾੜੀ ਤੇ ਨਿਰਭਰ ਪਰਿਵਾਰ ਸੀਗਾ, ਤੇ ਜਿਹੜਾ ਇਸ ਬੀਬੀ ਦਾ ਸਾਈਂ ਸੀਗਾ, ਪਿਛਲੇ ਦਿਨ ਹੀ ਉਹਨੂੰ ਜਿਹੜਾ ਹੁੰਦਾ ਆਪਾਂ ਕਹਿ ਦਿੰਦੇ ਦਿਮਾਗ ਦਾ ਦੌਰਾ ਪੈ ਗਿਆ ਜਾਂ ਦਿਮਾਗ ਦੀ ਨਾੜੀ ਫਟ ਗਈ, ਬ੍ਰੇਨ ਸਟ੍ਰੋਕ ਜਿਹਨੂੰ ਕਹਿ ਦਿੰਦੇ ਨੇ ਜੀ। ਇੱਦਾਂ ਉਹ ਇੱਕ ਬਹੁਤ ਕਹਿ ਲਈਏ ਕਿ ਸਦਮਾਦਾਇਕ ਪਲ ਸੀਗਾ ਇਹਨਾਂ ਵਾਸਤੇ। ਤਾਂ ਇਹਨਾਂ ਨੇ ਕੀ ਕੀਤਾ ਕਿ 10-15 ਲੱਖ ਰੁਪਏ ਦਾ ਇੰਤਜ਼ਾਮ ਕੀਤਾ, ਪਰ ਰਿਕਵਰੀ ਨਹੀਂ ਸੀ ਹੋ ਰਹੀ। ਰਿਕਵਰੀ 5-10% ਹੀ ਹੋਈ, ਸਾਰਾ ਪੈਸਾ ਖਰਚ ਹੋ ਗਿਆ, ਪਰ ਉਹ ਇਲਾਜ ਚੱਲੀ ਜਾ ਰਿਹਾ ਸੀ, ਇਲਾਜ ਦਾ ਮੀਟਰ ਚੱਲੀ ਜਾ ਰਿਹਾ ਸੀ। ਤਾਂ ਅਖੀਰ ਨਾ ਜਦੋਂ ਪਤੀ ਬਚਿਆ ਤੇ ਨਾ ਪੈਸਾ ਬਚਿਆ, ਤਾਂ ਫਿਰ ਉਸ ਬੀਬੀ ਨੇ ਹਸਪਤਾਲ ਦੇ ਵਿੱਚ, ਲੁਧਿਆਣੇ ਦਾ ਇੱਕ ਬੜਾ ਵੱਡਾ ਹਸਪਤਾਲ ਹੈ, ਬੜਾ ਮਸ਼ਹੂਰ ਹਸਪਤਾਲ ਆ, ਪੁਰਾਣੇ ਸਮੇਂ ਤੋਂ ਉਹਦਾ ਨਾਂ ਸੁਣਦੇ ਆ ਰਹੇ, ਤਾਂ ਉਹਦੇ ਵਿੱਚ ਹੀ ਉਹਨੇ ਕੁਛ ਖਾ ਕੇ ਆਪਣੀ ਜਾਨ ਦੇ ਦਿੱਤੀ ਹੈ। ਤਾਂ ਦੇਖੋ ਇਹ ਵਾਕਈ ਨਿਜ਼ਾਮ ਵਾਸਤੇ ਕਿੱਡਾ ਵੱਡਾ ਸਵਾਲ ਆ ਕਿ ਕੋਈ ਬੰਦਾ ਜਿਹੜਾ ਸਧਾਰਨ ਪਰਿਵਾਰ ਆ ਉਹਦੇ ਵਿੱਚ 10-15 ਲੱਖ ਰੁਪਏ ਦਾ ਇੰਤਜ਼ਾਮ ਕਰਦਾ ਹੈ, ਪਰ ਉਹ ਠੀਕ ਹੈ, ਚਲੋ ਕਈ ਵਾਰ ਮੈਡੀਕਲ ਸਾਇੰਸ ਦੇ ਬਸ ਦੀ ਵੀ ਨਹੀਂ ਗੱਲ ਹੁੰਦੀ, ਤਾਂ ਨਹੀਂ ਰਿਕਵਰੀ ਹੋਈ, ਪਰੰਤੂ ਉਹਨਾਂ ਕੋਲ ਸਭ ਕੁਝ ਖਤਮ ਹੋ ਗਿਆ ਤਾਂ ਜ਼ਿੰਦਗੀ ਵੀ ਖਤਮ ਹੋ ਗਈ ਜੀ, ਕਿਉਂਕਿ ਲੋੜ ਹੈ ਨਾ, ਗਰਜ਼ ਆ ਕਿਸੇ ਚੀਜ਼ ਦੀ। ਉਹ ਇੱਕ ਵਾਰੀ ਨਾ, ਚਲੋ ਇਸ ਵਿਸ਼ੇ ਵਸਤੂ ਨਾਲ ਜੋੜਦੀ ਚੀਜ਼ ਤਾਂ ਨਹੀਂ, ਪਰ ਮੈਂ ਸੰਖੇਪ 'ਚ ਸੁਣਾ ਦਿੰਦਾ ਕਿ ਅਕਬਰ ਦਾ ਤੁਹਾਨੂੰ ਪਤਾ ਹੀ ਸੀ ਜਿਸ ਤਰ੍ਹਾਂ ਦਾ ਸੁਭਾਅ ਸੀਗਾ, ਤਾਂ ਉਹਨੇ ਮਤਲਬ ਕਿ ਬੀਰਬਲ ਨੂੰ ਬੜਾ ਉਹ ਵਡਿਆਇਆ ਹੋਇਆ ਸੀਗਾ। ਉਹਦੀ ਗੈਰ ਹਾਜ਼ਰੀ 'ਚ 3-4 ਹੋਰ ਸੀ ਕਿ ਉਹਨਾਂ ਆਖਿਆ ਕਿ ਇਹਨੂੰ ਪਾਸੇ ਕਰੀਏ। ਉਹਨਾਂ ਆਖਿਆ ਜੀ ਮਹਾਰਾਜ ਇਹ ਬੰਦਾ ਜਿਹੜਾ ਨਾ ਇਹ ਤੇ ਬੜਾ ਤੁਹਾਨੂੰ ਬੇਵਕੂਫ ਬਣਾਈ ਫਿਰਦਾ ਹੈ।
ਉਹਨੇ ਆਖਿਆ ਚਲੋ ਠੀਕ ਹੈ, ਕੋਈ ਗੱਲ ਨਹੀਂ, ਇਹਦੀ ਜਗ੍ਹਾ ਤੇ ਆਪਾਂ ਤੁਹਾਨੂੰ ਫਿੱਟ ਕਰ ਦਿੰਦੇ, ਪਰ ਇੱਕ ਸਵਾਲ ਦਾ ਜਵਾਬ ਦੇ ਦਿਓ ਕਿ ਸਭ ਤੋਂ ਵੱਡੀ ਚੀਜ਼ ਕਿਹੜੀ ਹੈ ਜੀ। ਤਾਂ ਉਹਨੇ ਆਖਿਆ ਇਹ ਕਿਹੜੀ ਗੱਲ ਹੈ ਜੀ, ਇਹ ਅਸੀਂ ਹੁਣੇ ਬਾਦਸ਼ਾਹ ਦੱਸ ਦਿੰਦੇ। ਕਿਸੇ ਨੇ ਆਖਿਆ ਰੱਬ ਵੱਡਾ ਜੀ, ਕਿਸੇ ਨੇ ਆਖਿਆ ਅਕਲ ਵੱਡੀ ਹੈ ਜੀ, ਕਿਸੇ ਨੇ ਆਖਿਆ ਫਲਾਣ ਚੀਜ਼ ਵੱਡੀ, ਉਹਨੇ ਆਖਿਆ ਨਾ, ਉਹ ਇੱਕ ਰਹਿ ਗਿਆ। ਉਹਨੇ ਆਖਿਆ ਹੁਣ ਤੂੰ ਹੀ ਦੱਸ ਨਹੀਂ ਤਾਂ ਮੈਂ ਤੁਹਾਡੇ ਚਾਰਾਂ ਦਾ ਸਿਰ ਵੱਢ ਦੇਣਾ, ਸਿਰ ਲਾ ਦੇਣਾ। ਤਾਂ ਉਹਨੇ ਆਖਿਆ ਜੀ ਸਾਨੂੰ ਥੋੜ੍ਹਾ ਜਿਹਾ ਟਾਈਮ ਦੇ ਦਿਓ, ਅਸੀਂ ਕੱਲ੍ਹ ਨੂੰ ਦੱਸ ਦਿੰਦੇ ਕਿ ਵੱਡੀ ਚੀਜ਼ ਕਿਹੜੀ ਹੈ ਜੀ। ਤਾਂ ਉਹ ਫਿਰ ਰੋਂਦੇ ਰੋਂਦੇ ਬੀਰਬਲ ਕੋਲ ਗਏ ਕਿ ਸਾਨੂੰ ਬਚਾ, ਸਾਨੂੰ ਤੇ ਬਾਦਸ਼ਾਹ ਲੈ ਗਿਆ, ਉਹ ਬੇਵਕੂਫ ਵੱਢ ਦੇਣਾ ਉਹਨੇ ਸਾਡੇ ਸਿਰ। ਤਾਂ ਉਹ ਫਿਰ ਬੀਰਬਲ ਕਹਿੰਦਾ ਕਿ ਸਵੇਰੇ ਤੜਕੇ ਆ ਜਾਓ, ਤੁਹਾਨੂੰ ਮੈਂ ਬਚਾ ਲੂੰਗਾ। ਤੇ ਜਦੋਂ ਤੜਕੇ ਗਏ ਤੇ ਉਹਨੇ ਆਖਿਆ ਵਿਛਾ ਕੇ ਮੰਜਾ ਉੱਤੇ ਪੈ ਗਿਆ, ਕਹਿੰਦਾ ਲੈ ਐ ਚੱਕੋ ਮੰਜਾ ਮੇਰਾ ਲਈ ਚਲੋ। ਤੇ ਬਾਜ਼ਾਰ ਵੇਖੇ ਪਿਆ ਵੀ ਬੀਰਬਲ ਤੇ ਮੰਜੇ ਤੇ ਟੌਰ ਨਾਲ ਸੁੱਤਾ ਪਿਆ ਜੀ। ਤੇ ਜਦੋਂ ਉਹਦੇ ਦਰਬਾਰ 'ਚ ਜਾ ਕੇ ਮੰਜਾ ਲਾਇਆ ਤੇ ਉਹਨੇ ਆਖਿਆ ਇਹ ਕੀ ਤੂੰ ਫਿਲਮ ਬਣਾਈ ਫਿਰਦਾ ਬੀਰਬਲ, ਆ ਕੀ ਚੱਕਰ ਹੈ, ਇਹਨਾਂ ਦੇ ਮੋਢਿਆਂ ਤੇ ਤੂੰ ਕਾਹਤੋਂ ਭਾਰ ਪਾਇਆ? ਉਹਨੇ ਮਹਾਰਾਜ ਦੱਸਣਾ ਹੀ ਸੀਗਾ ਜਨਾਬ ਕਿ ਸਭ ਤੋਂ ਵੱਡੀ ਚੀਜ਼ ਕਿਹੜੀ ਹੁੰਦੀ ਹੈ। ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਗਰਜ਼। ਮੇਰੀਆਂ ਚੁਗਲੀਆਂ ਕਰਨ ਵਾਲੇ ਹੀ ਮੇਰੇ ਉੱਥੇ ਪੈਰੀਂ ਪੈ ਗਏ ਨੇ ਜਾ ਕੇ। ਸੋ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਗਰਜ਼। ਜਦੋਂ ਗਰਜ਼ ਹੁੰਦੀ ਹੈ ਬੰਦੇ ਨੂੰ ਸਾਰਾ ਕੁਝ ਵੇਚਦਾ ਵੱਟਦਾ। ਪਰ ਇਹ ਆ ਕਿ ਇੱਕ ਮੌਕੇ ਤੇ ਜਾ ਕੇ ਸਾਡੇ ਨਿਜ਼ਾਮ ਦੇ ਵਿੱਚ ਸਾਰੇ ਰਸਤੇ ਬੰਦ ਹੋ ਜਾਂਦੇ ਆ, ਕੋਈ ਸਹਾਇਤਾ ਨਹੀਂ ਹੈ। ਸੋ ਇਸ ਕਰਕੇ ਮੈਡੀਕਲ ਖੇਤਰ 'ਚ ਹੋਰ ਕੰਮ ਕਰਨ ਦੀ ਜ਼ਰੂਰਤ ਹੈ ਇਹੋ ਜਿਹੇ ਪਰਿਵਾਰਾਂ ਨੂੰ ਬਚਾਉਣ ਵਾਸਤੇ ਜੀ। ਤੇ ਮਿੰਟੂ ਜੀ ਅੱਜ ਦੀ ਖੁਸ਼ਨੁਮਾ ਖਬਰ ਕੀ ਹੈ ਜੀ? ਖੁਸ਼ਨੁਮਾ ਖਬਰ ਵਿਜੇ ਜੀ ਸਾਡੇ ਪੰਜਾਬੀਆਂ ਨਾਲ ਜੁੜੀ ਹੈ, ਇੱਕ ਅੱਛੀ ਪਹਿਲ ਕਦਮੀ ਕਹੀ ਜਾ ਸਕਦੀ ਹੈ। ਦਰਅਸਲ ਰੋਬਨ ਹੁੱਡ ਆਰਮੀ ਕੰਮ ਕਰਦੀ ਹੈ। ਤਾਂ ਅੰਮ੍ਰਿਤਸਰ ਦੇ ਵਿੱਚ ਇਸ ਰੋਬਨ ਹੁੱਡ ਆਰਮੀ ਨੇ ਇੱਕ ਇਸ ਤਰ੍ਹਾਂ ਦਾ ਨੈਟਵਰਕ ਬਣਾਇਆ ਕਿ ਜੋ ਬਚਿਆ ਫੂਡ ਹੁੰਦਾ ਹੈ ਹੋਟਲਾਂ ਦੇ ਵਿੱਚ, ਕਿਉਂਕਿ ਅੰਮ੍ਰਿਤਸਰ ਦੇ ਵਿੱਚ ਹੋਟਲ ਬਹੁਤ ਜ਼ਿਆਦਾ, ਬਿਲਕੁਲ ਹੋਟਲ ਇੰਡਸਟਰੀ ਬਹੁਤ ਜ਼ਿਆਦਾ ਗਰੋ ਹੋਈ ਹੈ, ਤੁਹਾਨੂੰ ਪਤਾ ਉੱਥੇ। ਤਾਂ ਇਹ 2116 ਪਰਿਵਾਰਾਂ ਨੂੰ ਫੂਡ ਜਿਹੜਾ ਸਰਵ ਕਰਦੇ ਨੇ ਇਕੱਤਰ ਕਰਕੇ। ਮਤਲਬ ਕਿ ਇਸ ਤਰ੍ਹਾਂ ਇਹ ਜਿਹੜੇ ਬੱਚੇ ਕਹਿ ਲਓ, ਆਪਣੇ ਤਾਂ ਬੱਚੇ ਹੀ ਨੇ, ਛੋਟੇ ਨੇ, ਇਹ ਪੜ੍ਹਦੇ ਵੀ ਆ ਨਾਲ। ਇਸ ਤਰ੍ਹਾਂ ਇੱਕ ਚੇਨ ਬਣਾ ਕੇ ਕੰਮ ਕਰਦੇ ਆ ਕਿ ਜਿਹੜਾ ਫੂਡ ਬਚ ਜਾਂਦਾ ਹੈ ਹੋਟਲਾਂ 'ਚੋਂ ਉਸ ਨੂੰ ਇਕੱਠਾ ਕਰਕੇ ਜਿਹੜੇ ਲੋੜਵੰਦ ਪਰਿਵਾਰ ਹੁੰਦੇ ਆ ਉਹਨਾਂ ਤੱਕ ਪਹੁੰਚਾਉਂਦੇ ਆ। ਔਰ ਪਹੁੰਚਾਉਂਦੇ ਹੀ ਨਹੀਂ ਬਲਕਿ ਕੁਝ ਬੱਚੇ ਜਿਹੜੇ ਕਿ ਆਤੀ ਜ਼ਿਆਦਾ ਕਹਿ ਲਓ ਕਿ ਮੁਫਲਿਸ ਨੇ, ਗਰੀਬ ਨੇ, ਉਹਨਾਂ ਨੂੰ ਪੜ੍ਹਾਉਂਦੇ ਵੀ ਹੈ ਤੇ ਐਸੇ ਬੱਚਿਆਂ ਦੀ ਪੜ੍ਹਾਈ ਵੀ ਕਰਵਾਉਂਦੇ ਆ। ਸੋ ਬਹੁਤ ਵਧੀਆ ਗੱਲ ਹੈ ਕਿ ਇਸ ਤਰ੍ਹਾਂ ਦੀ ਸਾਡੇ ਵੀ ਪਹਿਲ ਕਦਮੀ ਹੈ। ਵੈਸੇ ਸਾਡੇ ਵਿਆਹਾਂ ਸ਼ਾਦੀਆਂ ਤੇ ਵੀ ਬੜਾ ਫੂਡ ਵੇਸਟ ਹੁੰਦਾ ਹੈ, ਘਰਾਂ 'ਚ ਵੀ ਬਹੁਤ ਫੂਡ ਵੇਸਟ ਹੁੰਦਾ ਹੈ। ਤੇ ਇਸ ਤਰ੍ਹਾਂ ਦੀਆਂ ਹੋਰ ਸੰਸਥਾਵਾਂ ਹੁਣ ਇੱਕ ਤੇ ਫੂਡ ਵੇਸਟਿੰਗ ਬਾਰੇ ਜਾਗਰੂਕਤਾ ਜਿਹੜੀ ਫੈਲਣੀ ਚਾਹੀਦੀ ਹੈ, ਤੇ ਦੂਜਾ ਜਿੱਥੇ ਕਿਤੇ ਕੰਮ ਆ ਸਕਦਾ ਹੈ ਫੂਡ ਉੱਥੇ ਜ਼ਰੂਰ ਜਾਣਾ ਚਾਹੀਦਾ ਹੈ। ਭਲਾਈ ਦਾ ਕੰਮ ਹੈ, ਭਲਾਈ ਤੋਂ ਹੀ ਗੱਲ ਸ਼ੁਰੂ ਕੀਤੀ ਸੀ, ਅੱਜ ਆਪਾਂ ਇਤਫਾਕਨ ਭਲਾਈ ਤੇ ਖਤਮ ਕਰ ਰਹੇ ਹਾਂ। ਤੇ ਇੱਕ ਹੋਰ ਗੱਲ ਚੇਤੇ ਆ ਗਈ ਐਲਬਰਟ ਹੋਵਰਡਸ ਦੀ। ਉਹਨਾਂ ਨੇ ਕਿਹਾ ਸੀਗਾ ਕਿ ਰੱਬ ਨੇ ਤੁਹਾਡੇ ਮੈਡਲ, ਤੁਹਾਡੀਆਂ ਡਿਗਰੀਆਂ, ਸਰਟੀਫਿਕੇਟ ਇਹ ਨਹੀਂ ਪਰਖਣਾ ਜੀ। ਰੱਬ ਨੇ ਇਹ ਚੀਜ਼ਾਂ ਨਹੀਂ ਪਰਖਣੀਆਂ, ਉਹਨੇ ਉਹ ਜ਼ਖਮਾਂ ਦੇ ਨਿਸ਼ਾਨ ਵੇਖਣੇ, ਉੱਥੋਂ ਵੇਖਣਾ, ਉੱਥੋਂ ਪਰਖਣਾ ਜਿਹੜੇ ਕਿਸੇ ਦੀ ਭਲਾਈ ਦੇ ਦੌਰਾਨ ਤੁਹਾਡੇ ਜਿਸਮ ਤੇ ਲੱਗੇ ਆ ਜੀ।